बच्चों पिछले वीडियो च ਆਪਾਂ ਇੱਕ ਬਹੁਤ ਇੰਪੋਰਟੈਂਟ ਟੌਪਿਕ ਕੀਤਾ ਜਿਸ 'ਚ ਅਸੀਂ ਕਨਵਰਸ਼ਨ ਕਰਦੇ ਹਾਂ ਡਿਗਰੀ ਨੂੰ ਰੇਡੀਅਨ 'ਚ ਤੇ ਰੇਡੀਅਨ ਨੂੰ ਕਿਹਦੇ 'ਚ ਬੱਚੋ ਡਿਗਰੀ 'ਚ। ਹੁਣ ਬੱਚੋ मैं ਨੈਕਸਟ ਐਂਟਰ ਕਰ ਰਿਹਾ ਐਕਸਰਸਾਈਜ਼ ਫਸਟ ਵਿੱਚ ਥਰਡ ਸਮ ਹੈ। ਬੱਚੋ ਉਹਨਾਂ ਨੇ ਕਿਹਾ ਕਿ ਐਦਾਂ ਮੰਨ ਕੇ ਚਲੋ ਕਿ ਇੱਕ ਪਹੀਆ ਜਿਹੜਾ ਵਾ ਉਹ 360 ਵਾਰੀ ਰਿਵੋਲਵ ਕਰਦਾ 1 ਮਿੰਟ 'ਚ। ਜਿੱਦਾਂ ਬੱਚੋ ਪੱਖਾ ਚੱਲਦਾ ਬਹੁਤ ਫਾਸਟ, ਉੱਦਾਂ ਹੀ 1 ਮਿੰਟ 'ਚ 360 ਵਾਰੀ ਉਹ ਘੁੰਮ ਜਾਂਦਾ। ਤੇ ਦੱਸੋ ਹਾਊ ਮੈਨੀ ਰੇਡੀਅਨਸ ਡਜ਼ ਇਟ ਟਰਨ ਇਨ 1 ਸੈਕਿੰਡ, ਕਿ 1 ਸੈਕਿੰਡ ਦਾ ਉਹਦਾ ਕਿੰਨਾ ਐਂਗਲ ਬਣੇਗਾ। ਔਰ ਐਂਗਲ ਕਾਹਦੇ 'ਚ ਪੁੱਛਿਆ ਉਹਨੇ, ਰੇਡੀਅਨ 'ਚ। ਇਹਨੂੰ ਕਰਨ ਤੋਂ ਪਹਿਲੇ ਬੱਚੋ ਤੁਹਾਨੂੰ ਥੋੜਾ ਯਾਦ ਕਰਾਦਾ, ਤੁਹਾਨੂੰ ਪਤਾ 180 ਡਿਗਰੀ ਇਕੁਅਲ ਟੂ ਪਾਈ। ਜੇ ਬੱਚੋ 180 ਡਿਗਰੀ ਇਕੁਅਲ ਟੂ ਪਾਈ ਹੈ, 2 ਨਾਲ ਮਲਟੀਪਲਾਈ ਕਰ ਦੋ ਤਾਂ 360 ਡਿਗਰੀ ਇਕੁਅਲ ਟੂ ਕੀ ਹੋ ਗਿਆ ਬੱਚੋ 2 ਪਾਈ। 360 ਡਿਗਰੀ ਬੱਚੋ ਪਹੀਏ ਦਾ ਐਂਗਲ ਹੋਏਗਾ ਜੋ ਇੱਕ ਵਾਰੀ ਘੁੰਮ ਜੇ ਤੇ, ਪਰ 360 ਡਿਗਰੀ ਨੂੰ 2 ਪਾਈ ਵੀ ਕਹਿ ਸਕਦੇ ਹਾਂ। 360 ਡਿਗਰੀ ਦਾ ਮਤਲਬ ਹੀ 2 ਪਾਈ ਹੈ। ਮੈਂ ਕਹਾਂ ਪਹੀਆ ਇੱਕ ਵਾਰੀ ਘੁੰਮਿਆ, ਐਂਗਲ 2 ਪਾਈ ਹੋ ਗਿਆ। ਜੇ 2 ਵਾਰੀ ਘੁੰਮਦਾ 1 ਸੈਕਿੰਡ 'ਚ 4 ਪਾਈ ਹੋ ਗਿਆ। ਜੇ 3 ਵਾਰੀ ਘੁੰਮੇਗਾ ਪਹੀਆ 1 ਸੈਕਿੰਡ ਤੇ ਐਂਗਲ ਇਨ ਰੇਡੀਅਨ ਆ ਜਾਏਗਾ ਵਿੱਚੋਂ 6 ਪਾਈ। 3 ਚੱਕਰਾਂ 'ਚ 6 ਪਾਈ ਕਿੱਦਾਂ, 3 ਇੰਟੂ 2 ਪਾਈ। ਇੱਕ ਚੱਕਰ ਦਾ ਐਂਗਲ 2 ਪਾਈ ਤੇ 3 ਚੱਕਰਾਂ ਦਾ 6 ਪਾਈ ਹੋ ਜਾਏਗਾ। ਬੱਚੋ ਮੈਂ ਸਮ ਕਰ ਰਿਹਾ ਇਨ 60 ਮਿੰਟਸ ਨੰਬਰ ਆਫ ਰੈਵੋਲੂਸ਼ਨਸ। ਕਿੰਨੀ ਵਾਰੀ ਘੁੰਮਦਾ ਬੱਚੋ ਪਹੀਆ, 360 ਵਾਰੀ, 360 ਟਾਈਮਸ। ਇਨ ਬੱਚੋ 60 ਮਿੰਟਸ ਨਹੀਂ, ਇਨ 1 ਮਿੰਟ, ਜਾਂ ਇਹਨੂੰ ਇੱਥੇ ਲਿਖ ਦਿੰਦੇ ਆ ਇਨ 60 ਸੈਕਿੰਡ, ਕਿਉਂਕਿ ਤੁਹਾਨੂੰ ਕੀ ਦਿੱਤੇ ਬੱਚੋ 1 ਮਿੰਟ 'ਚ ਕਿੰਨੀ ਵਾਰੀ ਘੁੰਮਦਾ, 360 ਵਾਰੀ। 1 ਮਿੰਟ ਦਾ ਮਤਲਬ ਕਿੰਨੇ ਹੋ ਗਏ, ਘੜੀ ਦੇ ਹਿਸਾਬ ਨਾਲ 60 ਸੈਕਿੰਡ ਹੋ ਗਏ। 60 ਸੈਕਿੰਡ ਵਿੱਚ ਪਹੀਆ ਕਿੰਨੀ ਵਾਰੀ ਘੁੰਮ ਜਾਂਦਾ, 360 ਵਾਰੀ। ਇਨ 1 ਸੈਕਿੰਡ ਨੰਬਰ ਆਫ ਰੈਵੋਲੂਸ਼ਨ ਕਿੰਨੀ ਹੋ ਗਈਆਂ, 360 ਡਿਵਾਈਡਡ ਬਾਈ 60। ਇਨ 1 ਸੈਕਿੰਡ ਨੰਬਰ ਆਫ ਰੈਵੋਲੂਸ਼ਨਸ ਬੱਚੋ ਕਿੰਨੀ ਵਾਰੀ ਪਹੀਆ ਘੁੰਮ ਜਾਂਦਾ, 6 ਟਾਈਮਸ। ਹੁਣ ਬੱਚੋ ਤੁਹਾਨੂੰ ਪਤਾ ਕਿ ਜੇ ਪਹੀਆ 6 ਵਾਰੀ ਘੁੰਮਦਾ, ਇਹਦਾ ਮਤਲਬ 6 ਚੱਕਰ ਪੂਰੇ ਹੋ ਗਏ। ਤੇ ਇੱਕ ਚੱਕਰ ਦਾ ਐਂਗਲ ਮੈਂ ਦੱਸਿਆ ਰੇਡੀਅਨ 'ਚ ਕਿੰਨਾ, 2 ਪਾਈ, ਤੇ 6 ਚੱਕਰਾਂ ਦਾ ਕਿੰਨਾ ਹੋ ਗਿਆ, 6 ਇੰਟੂ 2 ਪਾਈ, ਕਿੰਨਾ ਬੱਚੋ 12 ਪਾਈ। ਰਿਕੁਆਇਰਡ ਐਂਗਲ ਇਨ ਕੀ ਬੱਚੋ, ਰੇਡੀਅਨ। ਰੇਡੀਅਨ ਦਾ ਕਿੰਨਾ ਐਂਗਲ ਬਣ ਗਿਆ, ਕਿਉਂਕਿ 1 ਸੈਕਿੰਡ 'ਚ ਪਹੀਆ 6 ਵਾਰੀ ਘੁੰਮ ਜਾਂਦਾ ਹੈ, ਤੇ 1 ਵਾਰੀ ਘੁੰਮੇ ਤੇ 2 ਪਾਈ ਐਂਗਲ, ਤੇ 6 ਵਾਰੀ ਘੁੰਮੇ ਤੇ 6 ਇੰਟੂ ਕਿੰਨਾ ਬੱਚੋ 2 ਪਾਈ। ਤੁਹਾਡਾ ਫਾਈਨਲ ਰਿਜ਼ਲਟ ਕਿੰਨਾ ਬੱਚੋ ਆ ਗਿਆ, 12 ਪਾਈ। that is the number of radian in ਕੀ ਬੱਚੋ 1 second। next ਬੱਚੋ ਸਟੇਟਮੈਂਟ ਹੈ find the radius of the circle। ਬੱਚੋ ਇਹ ਸਮ ਨੂੰ ਪੜਨ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਫਾਰਮੂਲਾ ਯਾਦ ਕਰਨਾ ਪਿਛਲੇ ਸਾਲ ਦਾ। ਮੰਨ ਲਓ ਆ ਇੱਕ ਸਰਕਲ ਹੈ, that is the center of the circle। ਇਹ ਬੱਚੋ ਮੈਂ ਇੱਕ ਆਰਕ ਕੱਟੀ ਹੈ ਸਰਕਲ ਦੀ। ਜੇ ਮੈਂ ਇਹਨੂੰ L ਦਾ ਨਾਮ ਦਵਾਂ ਤੇ ਜਿਹੜਾ ਬੱਚੋ ਇਹ ਆਰਕ ਨੇ ਸੈਂਟਰ 'ਚ ਐਂਗਲ ਸਸਪੈਂਡ ਕੀਤਾ, ਜੇ ਇਹਨੂੰ ਮੈਂ ਥੀਟਾ ਦਾ ਨਾਮ ਦਵਾਂ ਤੇ ਸਰਕਲ ਦੇ ਰੇਡੀਅਸ ਨੂੰ ਮੈਂ R ਦਾ ਨਾਮ ਦੇ ਦਾਂ। ਇਹਨਾਂ ਤਿੰਨਾਂ ਬੱਚੋ ਚੀਜ਼ਾਂ ਵਿੱਚ ਇੱਕ ਰਿਲੇਸ਼ਨ ਹੁੰਦਾ, ਤੂੰ ਪਿਛਲੇ ਸਾਲ ਪੜ੍ਹਿਆ ਹੋਵੇਗਾ, ਥੀਟਾ ਇਜ਼ ਇਕੁਅਲ ਟੂ L ਅਪੋਨ R। ਇਹ ਬੱਚੋ ਫਾਰਮੂਲਾ ਯਾਦ ਰੱਖਣਾ। that is the link between angle at the center, length of the arc and the radius। ਬਸ ਇਹ ਯਾਦ ਰੱਖਣਾ ਜਿਹੜਾ ਥੀਟਾ ਵਾ ਉਹਨੂੰ ਹਮੇਸ਼ਾ ਰੇਡੀਅਨ 'ਚ ਲੈਣਾ, ਐਂਗਲ ਇਨ ਦਾ ਡਿਗਰੀ ਨਹੀਂ ਲੈਣਾ, ਐਂਗਲ ਇਨ ਦਾ ਕੀ ਬੱਚੋ ਰੇਡੀਅਨ ਲੈਣਾ। ਹੁਣ ਬੱਚੋ ਆਪਣੇ ਸਮ ਵੱਲ ਆਉਂਦੇ ਹਾਂ। ਇਹਦੇ 'ਚ ਬੱਚੋ ਜਿਹੜਾ ਸਾਨੂੰ ਐਂਗਲ ਦਿੱਤਾ ਉਹ 60 ਡਿਗਰੀ ਦਿੱਤਾ। ਥੀਟਾ ਸੈਂਟਰ ਵਾਲਾ ਐਂਗਲ 60 ਡਿਗਰੀ ਮਤਲਬ π/3 ਹੋ ਗਿਆ। ਤੁਹਾਨੂੰ ਪਤਾ 180 ਡਿਗਰੀ ਇਕੁਅਲ ਟੂ ਕੀ ਹੁੰਦਾ ਬੱਚੋ ਪਾਈ। ਜੇ ਮੈਂ 3 ਨਾਲ ਡਿਵਾਈਡ ਕਰਦਾ 60 ਡਿਗਰੀ ਇਕੁਅਲ ਟੂ π/3। ਤੁਹਾਨੂੰ ਟੇਬਲ ਵੀ ਬਣਾ ਕੇ ਦੱਸਿਆ। ਥੀਟਾ ਦੀ ਵੈਲਿਊ π/3 ਹੋ ਗਿਆ। ਇੰਟਰਸੈਪਟ ਹੈ ਵਰਡ ਤੇ ਫੋਕਸ ਕਰਨਾ। ਆਰਕ, ਆਰਕ ਦੀ ਲੈਂਥ ਕਿੰਨੀ ਦੇ ਦਿੱਤੀ, 37.4। L 37.4 ਹੋ ਗਿਆ। ਔਰ ਪੁੱਛਿਆ ਕੀ ਗਿਆ, ਫਾਈਂਡ ਦਾ ਰੇਡੀਅਸ, R ਫਾਈਂਡ ਕਰਨਾ। ਫਾਰਮੂਲੇ 'ਚ 3 ਵੇਰੀਏਬਲਸ ਹੈ, ਦੋਵਾਂ ਦਾ ਪਤਾ, ਥੀਟਾ ਪਤਾ ਹੈ ਔਰ ਬੱਚੋ ਸਾਨੂੰ L ਦਾ ਪਤਾ। ਔਰ ਕੀ ਫਾਈਂਡ ਕਰਨਾ ਹੈ, R ਦੀ ਵੈਲਿਊ ਫਾਈਂਡ ਕਰਨੀ ਹੈ। ਬੱਚੋ ਵੀ ਨੋ ਥੀਟਾ ਇਕੁਅਲ ਟੂ L ਅਪੋਨ R। ਥੀਟਾ ਦੀ ਵੈਲਿਊ ਪਾ ਦਿਓ π/3, L ਦੀ ਵੈਲਿਊ ਪਾ ਦਿਓ ਬੱਚੋ 37.4
आर की वैल्यू पता नहीं। बच्चों इनू तुसी क्रॉस मल्टीप्लाई कर लो, पाई आर इक्वल टू 37.4 इंटू 3। बच्चों इत्थों तुसी पाई की वैल्यू पा सकते हैं इंटू 3। बच्चों इत्थों आर की वैल्यू बन गई 37.4 इंटू 3 इंटू 7 डिवाइडेड बाय 22। बच्चों की तुम कैलकुलेशनस कर लेनिया वा, वो तुहाडे कोल रेडियस ऑफ द की बच्चों सर्कल आ जाएगा। बच्चों सेम फॉर्म के बेस में तुहानू सम कुछ कराना, फिर तुहानू सारी क्लैरिटी हो जाएगी टॉपिक की। बच्चों फॉर्मूला याद रखना, अज ये बेस्ड ही मोस्टली सारे सम है। थीटा इक्वल टू एल अपॉन आर। थीटा इज द एंगल इन द सेंटर, एल इज द लेंथ ऑफ द आर्क एंड आर इज द रेडियस। इस बच्चों वैल्यूज पा के तो आर की वैल्यू फाइंड कर लेनी है। एक्सरसाइज का बच्चों फोर्थ सम है, फाइंड द डिग्री मेजर ऑफ द एंगल। यानी कि आप फाइंड करना है, थीटा फाइंड करना है, दैट इज आवर टारगेट। सबटेंड एट द सेंटर ऑफ सर्कल ऑफ रेडियस 100। आर सानू देता कितना बच्चों 100 सेंटीमीटर। आर्क दी लेंथ 22, यानी कि एल इक्वल टू 22। है भी बच्चों सानू गिवन है। सानू फॉर्मूला पता है, थीटा फाइंड करना है, थीटा इक्वल टू एल अपॉन आर। थीटा इक्वल टू एल, एल मीनस बच्चों 22, आर मीनस 100 है। बच्चों साढ़े कोल थीटा की वैल्यू आ गई। थीटा इज इक्वल टू कितना होंदा बच्चों एल अपॉन आर। पर बच्चों तुहानू मैं हुणे दस्सिया थोड़ा चिर पहले कि जिहड़ा साडा एंगल आएगा दैट इज इन की बच्चों रेडियंस। जिहड़ा एंगल यूज़ करना है ਜਾਂ एंगल फाइंड होएगा और रेडियन च आएगा। यूज़ भी रेडियन वाला करना है और साढ़े को क्रिएट भी जो रेडियन च होया। इन्हू हुण काहदे च कन्वर्ट करना है, डिग्री च। जे इन्हू इदां छड्ड दईए तो लिखना पेगा 22/100 रेडियन। पर उन्हें की क्या, फाइंड द डिग्री मेजर। तो फिर तुहानू मैं दस्सिया था की करना है, इनू जिहड़ा तुहाडे कोल थीटा आया दैट इज इन की बच्चों रेडियन, इनू कन्वर्ट करना है डिग्री च। किद्दां करांगा बच्चों, मैं कट भी लैना, 11/50 हो गया ना, 2 ना कैंसल करके, इंटू 180/पाई। हुण यह बच्चों कारे च कन्वर्ट हो गया, डिग्री च कन्वर्ट हो गया। हुण बच्चों की कीता मैं, रेडियन नू डिग्री च कन्वर्ट कर लिया 180/पाई नाल मल्टीप्लाई करके। फरदर बच्चों कैलकुलेशन कर लेनी है, 11/50 इंटू 180 अपॉन 22, इत्थे बच्चों 7। ये बच्चों सारियां कैलकुलेशंस कर लेनी है। 11 इंटू 180 इंटू बच्चों 7 हो गया, थले 50 इंटू की बच्चों 22। इनू बच्चों कैलकुलेट कर लेना तुसी। ये बच्चों कटिंग कर लेनी है, कैलकुलेशन करके बनता पाया 63/5। 63/5 उत्ते की बच्चों डिग्री। हुण बच्चों जो पिछला वीडियो तुहानू मैं दस्सिया ही बच्चों, जो भी तुहाडे कोल डिग्री का आंसर फ्रैक्शन च आवे उन्होंने डिग्री मिनट ते सैकेंड च उन्होंने कन्वर्ट करना। और तुहानू मैं टेक्नीक सिखाई ही बच्चों, इनू किद्दां करांगा, 63 डिवाइडेड बाय की बच्चों 5। बच्चों 3 की आ गया रिमाइंडर, और इनू बच्चों की करना है 60 नाल मल्टीप्लाई, डिवाइड अगेन बाय 5। और बच्चों देयर इज अ नो रिमाइंडर। जो बच्चों रिमाइंडर आंदा, मान लो 1 रिमाइंडर आ जाता, मैं उन्हें फिर 60 नाल की करना ही मल्टीप्लाई, तो लास्ट टाइम फिर 5 नाल की करना ही डिवाइड। पर हुण बच्चों इत्थे की होया, साडा मिनट्स विच आंसर आ गया लेकिन सैकेंड नहीं बनने, क्योंकि सारा है खत्म हो गया बच्चों। थले रिमाइंडर नो की बच्चों आया 12 डिग्री और 36 मिनट्स। बच्चों साढ़े को 63/5 डिग्री नू लिख देना है 12 डिग्री 36 मिनट्स। है बच्चों तुहाडा एंगल मेजर इन डिग्रीज आ गया। फिफ्थ सम है बच्चों, इस सानू एक सर्कल दिता जिहदा डायमीटर 40 है। अंडरस्टूड है कि रेडियस 20 हो गया। लेंथ ऑफ द कॉर्ड भी 20 है, ये गिवन है। तो सानू बच्चों की मंग पूछा गया, रेडियस 20 हो गया, पूछा कि गया फाइंड द लेंथ ऑफ द माइनर आर्क। माइनर आर्क मतलब कि वैल्यू फाइंड करनी है एल दी। हुण बच्चों
ਫਾਰਮੂਲੇ ਦੇ ਜੇ ਅਕੋਰਡਿੰਗ ਜਾਈਏ ਤੇ ਤਿੰਨ ਚੀਜ਼ਾਂ ਨੇ, ਦੋਵਾਂ ਦਾ ਪਤਾ ਹੋਣਾ ਜ਼ਰੂਰੀ ਹੈ। ਹੁਣ ਬੱਚੋ ਇੱਕ ਦਾ ਤਾਂ ਪਤਾ ਆਰ ਦਾ, ਐਲ ਫਾਈਂਡ ਕਰਨਾ ਹੈ, ਪਰ ਥੀਟਾ ਵੀ ਨਹੀਂ ਪਤਾ। ਪਰ ਥੀਟਾ ਬੱਚੋ ਆਪਾਂ ਕਾਮਨ ਸੈਂਸ ਨਾਲ ਜਾਂ ਪ੍ਰੀਵੀਅਸ ਨੌਲੇਜ ਨਾਲ ਪਤਾ ਲਗਾ ਸਕਦੇ ਹਾਂ। ਉਹ ਕਿੱਦਾਂ? ਇਹ ਵੀ ਬੱਚੋ 20, ਇਹ ਵੀ 20, ਇਹ ਵੀ ਰੇਡੀਅਸ ਹੈ, ਇਹ ਵੀ 20। ਜਦੋਂ ਬੱਚੋ ਤਿੰਨੇ ਸਾਈਡਾਂ ਸੇਮ ਹੋਣ ਉਹ ਇਕੁਏਲੇਟਰ ਟ੍ਰਾਇੰਗਲ ਹੁੰਦੀ ਹੈ। ਔਰ ਇਹ ਹਰ ਐਂਗਲ ਉਹਦਾ ਕਿੰਨੇ ਡਿਗਰੀ ਦਾ ਹੁੰਦਾ ਹੈ? 60 ਡਿਗਰੀ ਦਾ। ਮਤਲਬ ਅੰਡਰਸਟੂਡ ਹੈ ਕਿ ਥੀਟਾ ਭਾਵੇਂ ਨਹੀਂ ਪਤਾ ਪਰ ਸਾਨੂੰ ਪਤਾ ਲੱਗ ਜਾਏਗਾ, ਕਿਉਂਕਿ ਟ੍ਰਾਇੰਗਲ ਕਿਹੜੀ ਹੈ? ਇਕੁਏਲੇਟਰ। ਔਰ ਇਕੁਏਲੇਟਰ ਟ੍ਰਾਇੰਗਲ ਦੇ ਤਿੰਨੋਂ ਐਂਗਲ 60 ਡਿਗਰੀ ਹੁੰਦੇ। ਬੱਚੋ ਰੇਡੀਅਸ 20 ਗਿਵਨ ਹੈ ਔਰ ਕॉर्ड भी 20 ਗਿਵਨ ਹੈ। ਇਕੁਏਲੇਟਰ ਟ੍ਰਾਇੰਗਲ ਹੈ, ਥੀਟਾ ਪਤਾ ਲੱਗ ਗਿਆ ਕਿੰਨਾ ਬੱਚੋ 60 ਡਿਗਰੀ। ਪਰ ਕਿਵੇਂ ਲਿਖਣਾ ਹੈ? π/3। ਐਂਗਲ ਫਾਰਮੂਲੇ 'ਚ ਯੂਜ਼ ਵੀ ਰੇਡੀਅਨ 'ਚ ਹੋਣਾ ਹੈ ਔਰ ਆਨਸਰ ਜਾਏਗਾ ਤਾਂ ਉਹ ਵੀ ਰੇਡੀਅਨ 'ਚ ਹੋਣਾ। ਬੱਚੋ ਸਾਨੂੰ ਫਾਰਮੂਲਾ ਪਤਾ ਹੈ ਥੀਟਾ ਇਕੁਅਲ ਟੂ L/R। ਥੀਟਾ ਦੀ ਵੈਲਿਊ ਪਾ ਦਿਓ, L ਫਾਈਂਡ ਕਰਨਾ ਹੈ, R ਦੀ ਵੈਲਿਊ 20 ਪਾ ਦਿਓ। π/3L ਇਕੁਅਲ ਟੂ 20π। 3L 20 ਇੰਟੂ ਬੱਚੋ 22/7 ਔਰ ਸਾਡੇ ਕੋਲ L ਦੀ ਵੈਲਿਊ ਆ ਗਈ 20/3 ਇੰਟੂ 22/7। ਇਹ ਬੱਚੋ ਤੁਸੀਂ ਕੈਲਕੂਲੇਸ਼ਨਸ ਕਰ ਲੈਣੀ ਹੈ, ਤੁਹਾਡੇ ਕੋਲ ਡੈਸੀਮਲ ਵਿੱਚ ਲੈਂਥ ਆਫ ਦਾ ਆਰਕ ਆ ਜੀ। ਬੱਚੋ ਕੁਛ ਨਹੀਂ ਕੀਤਾ, ਜਸਟ ਫਾਰਮੂਲਾ ਲਗਾਇਆ ਥੀਟਾ L/R। ਥੀਟਾ ਦੀ ਵੈਲਿਊ ਰੇਡੀਅਨ 'ਚ ਪਾਤੀ, L ਫਾਈਂਡ ਕਰਨਾ, R 20 ਪਾਤਾ, ਕ੍ਰਾਸ ਮਲਟੀਪਲਾਈ ਕਰਕੇ ਸਾਡੇ ਕੋਲ L ਦੀ ਵੈਲਿਊ ਆ ਜਾਏਗੀ। ਔਰ ਪਾਈ ਦੀ ਕਿੰਨੀ ਵੈਲਿਊ ਯੂਜ਼ ਕਰਨੀ ਹੈ? 22/7। ਬੱਚੋ 6 ਸਮ ਵੈਰੀ ਇੰਪੋਰਟੈਂਟ। ਦੋ ਸਰਕਲਾਂ ਦੀ ਗੱਲ ਕਰਦੇ ਪਏ ਸਮ 'ਚ, ਸਟੇਟਮੈਂਟ ਨੂੰ ਚੰਗੀ ਤਰ੍ਹਾਂ ਪੜ੍ਹਨਾ। ਇੱਕ ਪਾਸੇ ਐਂਗਲ ਬੱਚੋ 60 ਡਿਗਰੀ ਹੈ, ਦੂਜੇ ਪਾਸੇ 75 ਡਿਗਰੀ। ਥੀਟਾ ਇੱਕ ਪਾਸੇ 60 ਡਿਗਰੀ, ਕਿੱਦਾਂ ਕਨਵਰਟ ਕਰੀਦਾ? 60 ਇੰਟੂ π/180। ਬੱਚੋ ਜਦੋਂ ਵੀ ਫਾਰਮੂਲਾ ਯੂਜ਼ ਕਰਨਾ ਹੈ ਥੀਟਾ ਨੂੰ ਰੇਡੀਅਨ 'ਚ ਕਨਵਰਟ ਕਰ ਲੈਣਾ। ਥੀਟਾ ਬੱਚੋ ਬਣ ਗਿਆ π/3, ਡਾਇਰੈਕਟ ਵੀ π/3 ਲਿਖ ਸਕਦੇ ਹਾਂ। ਜੇ ਬੱਚੋ ਇਹਦੀ ਗੱਲ ਕਰੀਏ, ਇਸ ਪਾਸੇ ਜਿਹੜਾ ਥੀਟਾ, ਇਹਨੂੰ θ1 ਕਹਿ ਦਿੰਦੇ ਹਾਂ। ਜੇ ਬੱਚੋ ਇਹਦੀ ਗੱਲ ਕਰੀਏ ਉਹ 75 ਹੈ, 75 ਡਿਗਰੀ ਹੈ। ਇਹਨੂੰ ਕਨਵਰਟ ਕਰਨਾ ਹੈ ਘਰ 'ਚ ਬੱਚੋ ਰੇਡੀਅਨ 'ਚ। 75 ਇੰਟੂ ਬੱਚੋ π/ ਕਿੰਨਾ? 180। ਇਹਨੂੰ ਕਨਵਰਟ ਕਰ ਲੈਣਾ ਰੇਡੀਅਨ 'ਚ। ਬੱਚੋ ਤੁਸੀਂ 15 π/36 ਵੀ ਕਹਿ ਸਕਦੇ ਹੋ। ਬੱਚੋ ਦੇ ਇੱਧਰ ਦੀ ਗੱਲ ਕਰੀਏ, ਟੂ ਸਰਕਲ ਆਰਕ ਆਫ ਦਾ, ਇਹਨੂੰ ਅੰਡਰਲਾਈਨ ਕਰ ਰਹੇ ਹਾਂ ਬੱਚੋ, ਰੀਡ ਕਰਨਾ ਹੈ ਆਰਕ ਆਫ ਦਾ ਸੇਮ ਲੈਂਥ, ਯਾਨੀ ਕਿ L ਦੋਨਾਂ ਦਾ ਸੇਮ ਹੈ। ਲੈਂਥ ਆਫ ਦਾ ਆਰਕ ਸੇਮ ਹੈ, ਉਹਨੇ ਲਿਖਿਆ ਲੈਂਥ ਆਫ ਆਰਕ, ਇਹਨੂੰ ਕਹਿੰਦੇ ਲੈਂਥ ਆਫ ਆਰਕ। ਬੱਚੋ ਦੋਨੇ ਪਾਸੇ ਸੇਮ ਹੈ, ਲੈਂਥ ਆਫ ਆਰਕ L, ਇੱਧਰ ਵੀ L, ਕਿਉਂਕਿ ਇਕੁਅਲ ਹੈ। ਦੋਨਾਂ ਸਰਕਲਾਂ 'ਚ ਲੈਂਥ ਆਫ ਆਰਕ ਸੇਮ ਹੈ। ਕਰਨਾ ਕੀ ਹੈ? ਫਾਈਂਡ ਦਾ ਰੇਸ਼ੋ ਆਫ देयर रेडियस। रेडियस का बटा फाइंड करना, रेशो फाइंड करनी है। लेट कर लो रेडियस R1 और इस पासे रेडियस कितना लेट कर लो बच्चों R2। इन्हों की रेशो फाइंड करनी है। रेशो मतलब बटा फाइंड करना बच्चों। सब तो पहले तो फॉर्मूला लगाओ दोनों पासे। इधर लिख दांगा θ1 इक्वल टू L/R, क्रॉस कर दो तो बच्चों L आ गया θ1R। L मतलब आ गया θ1 की वैल्यू पा दो। θ1 कितना बच्चों? π/3 इंटू कितना बच्चों? R, और R इत्थे कितना? R1। जे बच्चों इस पासे की गल करिए, इधरों भी इसी तरह फॉर्मूला लगा देना। थीटा इक्वल टू कितना बच्चों? L/R2। थीटा नूं मैं की बोलिया इत्थे बच्चों? θ2। इधर वाले नूं की किया ही मैं? θ1। θ2 की वैल्यू पा दो, ਜਾਂ पहले इनू क्रॉस मल्टीप्लाई कर लो बच्चों। L आ गया θ2 R2। थीटा इक्वल टू L/R2, क्रॉस मल्टीप्लाई करता। L आ गया θ2 की वैल्यू पर 15π/36 इंटू R2, और R2 बच्चों R2 ही रहेगा क्योंकि इसकी वैल्यू नहीं पता। हुण बच्चों नोट करना, पहले सर्कल तो ते दूजे सर्कल तो मैं वैल्यू फाइंड कर ली है कि बच्चों L दी, क्योंकि दोनों पासे लेंथ ऑफ आर्क सेम है। इधर भी L है, उधर भी L है। फॉर्मूला बच्चों लगाता θ इक्वल टू L/R। आप करना की है? रेशो फाइंड करनी है, मतलब
बटा फाइंड करना है किदा R1 का तो होर किदा बच्चों R2 का। इस वे बच्चे साढ़े कोल L दियां वैल्यू आ गई ने दो, एक पहले सर्कल तो एक दूजे सर्कल तो। उन्होंने मैं की नंबर पाता नंबर 1 ते नंबर 2 फ्रॉम फस्ट एंड सैकेंड L दी वैल्यू नू L दी वैल्यू दे बराबर पा दो। इस पासे L दी वैल्यू किहड़ी है π/3 विद R1, इस पासे की है 15 पाई बटा 36 विद की बच्चों R2। हुण बच्चों तुसीं कट सकते हो पाई नाल, जिस तरह पाई कैंसल हो गया। ओके बच्चों 3 नाल 36 कैंसल, इत्थे 12 आ गया बच्चों। कटिंग करके मैं साफ जा करके लिख रहा R1 इक्वल टू आ गया 15 R2 डिवाइडेड बाय 12 बच्चों। एक लास्ट स्टेप है R1 इक्वल टू R1 अपॉन R2 ने उधर मैं डिवाइड करता, यो उन्हें मंगया साढ़े को रेशो मंगी है। कितना बच्चों आ गया 3 नाल कैंसल कर लो 3 5 3 4 ओके। यो बच्चों साढ़े को रेशो आ गई R1 रेशो R2 5 रेशो 4 ओके बच्चों। ये सम नूं मैं रिपीट कराना तुहानूं, एक एग्जाम्पल है सेम ये नाल दी बच्चों, उस नाल तुहानूं यह सम पूरा क्लीयर हो जाएगा बच्चों। वैरी इंपॉर्टेंट, इनू चंगी तरह तैयार करना। नैक्सट बच्चों स्टेटमेंट है, मैं सेम उदा का सम चुक रहा पिछले सम वर्गा। कहता कि दो सर्कल है, एक पासे एंगल 65 डिग्री, दूजे पासे एंगल 110 डिग्री। θ1 65 डिग्री मतलब 65 इंटू पाई अपॉन 180। इन्हों बच्चों जिन्ना सॉल्व कर सको 13 पाई बटा 36 आ गया। जे आप दूसरी सर्कल की गल करिए θ2 110 डिग्री मतलब 110 इंटू पाई बटा 180, ये बच्चों 11 पाई बटा 18 आ गया। आर्क ऑफ द सेम लेंथ मतलब इधर भी लेंथ ऑफ आर्क L, इधर भी लेंथ ऑफ आर्क बच्चों L सेम है। आर्क ऑफ द सेम लेंथ, सस्पेंड एंगल दिस एंड दिस। फाइंड द सेम सम बच्चों रेशो ऑफ देयर रेडियस। इधर लेट कर लो रेडियस कितना बच्चों R1, इधर लेट कर लो रेडियस कितना बच्चों R2 बच्चों। सेम उस तरह ही थीटा इक्वल टू L अपॉन R1, θ1 कर लेने इथों L कर लो θ1 R1 L कर लो। θ1 मीनस 13 पाई बटा 36 इंटू R1, ये L आ गया। यदि गल करिए θ2 L अपॉन R2, इथों L आ गया θ2 R2 L आ गया 11 पाई बटा 18 इंटू R2। यह बच्चों L दोनों पासों आ गए। हुण की करांगा मैं दोनों L नूं आपस च इक्वल पा दांगा। फ्रॉम फस्ट एंड सैकेंड 13 पाई अपॉन 36 विद R1 इक्वल टू 11 पाई अपॉन 18 विद की बच्चों R2। पाई नाल बच्चों पाई कैंसल हो गया, 18 नाल 36 कैंसल हो गया। इथों आ गया 13 R1 इक्वल टू बच्चों अपॉन 2 11 R2 ओके बच्चों अपॉन 1। इन्हू क्रॉस कर देने 13 R1 इक्वल टू 22 विद की बच्चों R2 क्रॉस मल्टीप्लाई करता। और बच्चों ध्यान ना देखना लास्ट स्टेप R1 अपॉन R2 बच्चों आ गया 22 डिवाइड बाय 13। R2 ने मैं उधर डिवाइड करता, 13 मैं उधर डिवाइड करता। दैट इज द रेशो ऑफ द रेडियस ऑफ द टू सर्कल। 22 रेशो की बच्चों 30। बच्चों इस टॉपिक के एक दो सम रह गए हैं, वो मैं नैक्सट वीडियो कवर करांगा। तो नाल ही आप बच्चों 3.3 एक्सरसाइज एंटर करांगे।